ਲਾਹੌਰ ਵਾਲੇ ਨਾ ਜੋ ਸਰਦਾਰ ਵੇਖਦੇ ਨਾ ਪੱਗ ਵੇਖ ਕੇ ਚਾਅ ਬੜਾ ਚੜ੍ਹਦਾ। ਬਿਲਕੁਲ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਇੱਥੇ ਸਰਦਾਰ ਜਿਹੜੇ ਹੈ ਨੇ ਉਹ ਇਸ ਤਰ੍ਹਾਂ ਦਾ ਸਾਡੇ ਵੱਡ ਵਡੇਰੇ ਕੰਮ ਕਰਕੇ ਗਏ ਨੇ, ਇੱਥੇ ਦੇ ਲੋਕਾਂ ਦੀ ਮਦਦ ਕਰਕੇ ਗਏ ਨੇ, ਸੇਵਾ ਕਰਕੇ ਗਏ ਨੇ। ਇਸ ਕਰਕੇ ਇਹਨਾਂ ਨੂੰ ਚਾਹੇ ਕਿ ਸਰਦਾਰ ਹਮੇਸ਼ਾ ਜਿਹੜਾ ਹੈ ਉਹ ਚੰਗੇ ਕੰਮ ਵੱਲ ਪ੍ਰੇਰਨਾ ਦਿੰਦਾ ਹੈ। ਇੱਥੇ ਸਾਨੂੰ ਤਾਂ ਬਹੁਤ ਪਿਆਰ ਕਰਦੇ ਹੈਗੇ ਨੇ, ਪਰ ਕੁਝ ਸਾਨੂੰ ਉੱਥੇ ਘਟਨਾਵਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਹੈਗੀਆਂ। ਤੁਹਾਨੂੰ ਉਨੀ ਇੱਥੇ ਆਦਰ ਮਾਣ ਮਿਲਦਾ ਹੈਗਾ? ਕੋਈ ਇੱਕ ਅੱਧਾ ਬੰਦਾ ਜਿਹੜਾ ਹੈ ਪੂਰੇ ਤਲਾਬ ਨੂੰ ਗੰਦਾ ਕਰ ਦਿੰਦਾ ਹੈ। ਸੋ ਇੱਥੇ ਵੀ ਇਹ ਸਿਚੁਏਸ਼ਨ ਇਸੇ ਤਰ੍ਹਾਂ ਦੀ ਹੈ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਕੱਟੜਪੰਥੀ ਨੇ ਉਹਨਾਂ ਤੋਂ ਆਮ ਲੋਕਾਈ ਵੀ ਤੰਗ ਹੈ ਅਤੇ ਅਸੀਂ ਵੀ ਤੰਗ ਹਾਂ। ਬੜੀਆਂ ਸੁਰਖੀਆਂ ਬੜੀਆਂ ਸੀ ਕਿ ਪਾਕਿਸਤਾਨ ਦੇ ਵਿੱਚ ਪਹਿਲੇ ਸਿੱਖ ਨੇ ਕਲਿਆਣ ਸਿੰਘ ਹੋਣੀ ਜਿਨ੍ਹਾਂ PhD ਕੀਤੀ। ਮੇਰੀ PhD ਜਿਹੜੀ ਗੁਰੂ ਨਾਨਕ ਸਾਹਿਬ ਦੇ ਬਾਣੀ ਉੱਤੇ ਹੈ। ਸੋ ਇਹ ਦੁਬਾਰਾ ਰਿਵਾਈਵਲ ਹੈ। ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਹੁਣ ਆਉਣ ਵਾਲੇ ਦੌਰ ਦੇ ਵਿੱਚ ਮੈਂ ਬਹੁਤ ਜ਼ਿਆਦਾ ਆਸ ਰੱਖਦਾ ਹਾਂ ਕਿ ਜਪਜੀ ਸਾਹਿਬ 'ਤੇ ਸ਼ਾਮਲ ਹੋਈ ਗਈ ਹੈ। ਹੋਰ ਵੀ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਜਿਹੜੇ ਕਾਲਜ ਪੱਧਰ ਦੇ ਉੱਤੇ ਜਾਂ ਯੂਨੀਵਰਸਿਟੀ ਪੱਧਰ ਦੇ ਉੱਤੇ ਸਾਡੇ ਸਿਲੇਬਸ ਵਿੱਚ ਸ਼ਾਮਲ ਹੋਈ। 47 ਤੋਂ ਬਾਅਦ ਵੰਡ ਤੋਂ ਬਾਅਦ ਅਸੀਂ ਸਾਰਾ ਕੁਝ ਹੀ ਵੰਡ ਲਿਆ। ਭਾਸ਼ਾ ਵੀ ਵੰਡ ਲਈ, ਦੇਖੋ ਉੱਥੇ ਗੁਰਮੁਖੀ ਹੋ ਗਈ, ਇੱਥੇ ਸ਼ਾਹਮੁਖੀ ਹੋ ਗਈ। ਅਸੀਂ ਜੋਗਰਾਫੀ ਤੌਰ 'ਤੇ ਵੀ ਵੰਡੇ ਗਏ ਹਾਂ, ਅਸੀਂ ਲਸਾਨੀ ਤੌਰ 'ਤੇ ਵੀ ਵੰਡੇ ਗਏ, ਧਾਰਮਿਕ ਤੌਰ 'ਤੇ ਵੀ ਵੰਡੇ ਗਏ ਹਾਂ। ਸਾਡੇ ਪੀਰ ਪੈਗੰਬਰ ਸਨ ਉਹ ਵੀ ਵੱਖ-ਵੱਖ ਹੋ ਗਏ। ਇੱਥੇ ਸਿਰਫ ਹੁਣ ਬਾਬਾ ਫਰੀਦ ਜੀ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼, ਖਵਾਜਾ ਗੁਲਾਮ ਫਰੀਦ ਇਹੋ ਹੀ ਪੜ੍ਹਾਏ ਜਾ ਰਹੇ ਨੇ। ਕਿੰਨੇ ਕੀ ਬੱਚੇ ਨੇ ਜਿਹੜੇ ਪੰਜਾਬੀ ਪੜ੍ਹਦੇ ਹੈਗੇ ਨੇ? ਆਸਤਾ ਆਸਤਾ ਹੁਣ ਬੜੇ ਵੱਧ ਰਹੇ ਨੇ। ਪਿਛੇ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਤਾਦਾਦ ਬਹੁਤ ਘੱਟ ਸੀ, 4-4 5-5 ਬੱਚੇ ਹੁੰਦੇ ਸੀ ਜਾਂ 10 ਬੱਚੇ ਹੁੰਦੇ ਸੀ। ਤੇ ਸਾਡੇ ਤੋਂ ਉੱਧਰ ਕਹਿ ਦਿੰਦੇ ਨੇ ਕਿ ਪੰਜਾਬੀ ਰੁਜ਼ਗਾਰ ਦਾ ਸਾਧਨ ਹੈ। ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਦੇ ਇੱਦਾਂ ਰੁਜ਼ਗਾਰ ਕਹਿੰਦੇ ਕਿ ਰੁਜ਼ਗਾਰ ਵਾਲੀ ਭਾਸ਼ਾ ਨੇ। ਇੱਥੇ ਵੀ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੇ ਤੌਰ 'ਤੇ ਦੇਖਦੇ ਨੇ। ਕਦੀ ਵੀ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ ਉਹਨੂੰ ਉਹਦਾ ਅਧਿਕਾਰ ਨਹੀਂ ਮਿਲਿਆ ਹੋਇਆ। ਸੋ ਹੁਣ ਵੀ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਹੈ ਕਿ ਇਸ ਨੂੰ ਕੋਈ ਵੱਡਾ ਅਧਿਕਾਰ ਮਿਲੇਗਾ, ਚਾਹੇ ਉਹ ਹਿੰਦੁਸਤਾਨੀ ਪੰਜਾਬ ਹੋਏ ਚਾਹੇ ਪਾਕਿਸਤਾਨੀ ਪੰਜਾਬ ਹੋਏ। ਸਾਡਾ ਸਿਰਫ ਇੰਨੀ ਮੰਗ ਹੈ ਕਿ ਸਿਰਫ ਪੜ੍ਹਾਉਣਾ ਸ਼ੁਰੂ ਕਰ ਦਿਓ। ਹਿੰਦੀ ਬੋਲਣੀ, ਉਰਦੂ ਬੋਲਣੀ, ਇੰਗਲਿਸ਼ ਬੋਲਣੀ ਫੈਸ਼ਨ ਬਣ ਗਿਆ। ਅਗਰ 1833 ਦਾ ਜਿਸ ਵੇਲੇ ਚਰਚਲ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਕਿ ਇੰਨੀ ਕਨਫਿਊਜ਼ ਕਰ ਦਿਓ ਪੰਜਾਬੀਆਂ ਨੂੰ ਕਿ ਉਹ ਆਪਣਾ ਸੱਭਿਆਚਾਰਕ ਅਤੇ ਆਪਣੀ ਬੋਲੀ ਭੁੱਲ ਜਾਣ। ਸੋ ਉਹੀ ਕਨਫਿਊਜ਼ ਹੈ। ਪਿਛਲੇ 200 ਸਾਲਾਂ ਤੋਂ ਅਸੀਂ ਕਨਫਿਊਜ਼ ਹੋ ਚੁੱਕੇ ਹਾਂ। ਅਸੀਂ ਆਪਣਾ ਸੱਭਿਆਚਾਰਕ, ਆਪਣਾ ਕਲਚਰ, ਆਪਣੀ ਬੋਲੀ ਸਭ ਕੁਝ ਭੁੱਲ ਚੁੱਕੇ ਹਾਂ। ਵੰਡ ਨੇ ਬਹੁਤ ਸਾਰੇ ਜ਼ਖਮ ਦਿੱਤੇ ਹੈਗੇ। ਕੋਈ ਵੀ ਛੂਤਾ ਨਹੀਂ ਹੈਗਾ। ਆਪਣਾ ਕੋਈ ਉੱਧਰ ਚੜ੍ਹਦੇ ਪੰਜਾਬ 'ਚ ਰਹਿੰਦਾ ਪਰਿਵਾਰ ਚਲ ਗਿਆ ਸੀ ਜੀ? ਬਿਲਕੁਲ ਜੀ। ਮੇਰੀ ਮਾਤਾ ਜੀ ਅਜੇ ਵੀ ਆਪਣੇ ਪਰਿਵਾਰ ਨੂੰ, ਆਪਣੇ ਪੇਕਿਆਂ ਨੂੰ ਯਾਦ ਕਰਦੀ ਹੈ, ਆਪਣੇ ਮਾਸੀਆਂ ਨੂੰ ਯਾਦ ਕਰਦੀ ਹੈ। ਕੋਈ ਸੁਨੇਹਾ ਆਪਣੇ ਰਿਸ਼ਤੇਦਾਰਾਂ ਨੂੰ ਜੀ ਸਾਡੇ ਥਰੂ? ਮੈਂ ਇਹੋ ਹੀ ਕਹਾਂਗਾ ਕਿ ਉਹਨਾਂ ਦੀ ਭੈਣ ਉਹਨਾਂ ਨੂੰ ਜਿਹੜੀ ਹੈ ਉਹ ਯਾਦ ਕਰ ਰਹੀ ਹੈ। ਕੋਸ਼ਿਸ਼ ਕਰਨ ਕਿ ਹਰ ਵਾਰੀ ਅਸੀਂ ਮਿਲਣ ਦੀ ਤਾਂਘ ਲੈ ਕੇ ਉਹਨਾਂ ਕੋਲ ਜਾਂਦੇ ਹਾਂ, ਉਹ ਉੱਥੇ ਨਹੀਂ ਮਿਲਦੇ ਨੇ। ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਤੇ ਇਸ ਸਮੇਂ ਆ ਮੈਂ ਲਾਹੌਰ 'ਚ ਜਿੱਥੇ ਵਿਸ਼ਵ ਪੰਜਾਬੀ ਕਾਨਫਰੰਸ ਚੱਲ ਰਹੀ। ਤੇ ਅੱਜ ਅਸੀਂ ਉਸ ਸੱਜਣ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਪਾਕਿਸਤਾਨ ਦੇ ਵਿੱਚ ਪਹਿਲੇ ਸਿੱਖ ਨੇ ਜਿਨ੍ਹਾਂ ਨੇ PhD ਕੀਤੀ ਹੈ। ਕਿਸ ਵਿਸ਼ੇ 'ਤੇ ਕੀਤੀ ਉਹ ਵੀ ਗੱਲਬਾਤ ਕਰਾਂਗੇ ਤੇ ਕਿੱਥੇ ਪੜ੍ਹਾ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ। ਤੇ ਇੱਥੇ ਪੰਜਾਬੀ ਨੂੰ ਲੈ ਕੇ ਬੱਚਿਆਂ ਦੀ ਗਿਣਤੀ ਕਿੰਨੀ ਆ, ਜਾਂ ਕੀ ਸਿਰਫ ਬੋਲੀ ਜਾਂਦੀ ਕਿ ਜਾਂ ਫਿਰ ਇੱਕ ਭਾਸ਼ਾ ਦੇ ਰੂਪ ਵਿੱਚ ਇੱਥੇ ਪੰਜਾਬੀ ਦਾ ਮਾਣ ਸਨਮਾਨ ਆ। ਇਹ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸਰਦਾਰ ਕਲਿਆਣ ਸਿੰਘ ਜੀ। ਭਾਈ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗ ਰਿਹਾ ਜੀ? ਕਾਫੀ ਆਏ ਨੇ ਪੰਜਾਬ ਤੋਂ ਸਰਦਾਰ ਭਾਈ। ਹਾਂਜੀ, ਬਹੁਤ ਸੋਹਣਾ ਲੱਗ ਰਿਹਾ ਹੈ। ਕਦੀ ਤੇ ਅਸੀਂ ਇਕੱਲੇ ਹੀ ਇੱਥੇ ਜਿਹੜੇ ਹਾਂ ਲਾਹੌਰ ਦੀ ਸੜਕਾਂ ਦੇ ਉੱਤੇ ਇਕੱਲੇ ਹੀ ਫਿਰ ਰਹੇ ਹੋਵਾਂ। ਹੁਣ ਜਿਹੜੇ 50-60 ਬੰਦੇ ਆਏ ਹੋਏ ਨੇ, ਬਹੁਤ ਹੀ ਸੋਹਣਾ ਲੱਗ ਰਿਹਾ ਕਿ ਆਪਣੇ ਦਸਤਾਰਾਂ ਸਮੇਤ। ਤੇ ਬਹੁਤ ਸੋਹਣੇ ਸਰਦਾਰ ਤੇ ਪੜ੍ਹੇ ਲਿਖੇ ਸਰਦਾਰ ਸਾਡੀ ਉੱਥੋਂ ਦੀ ਸਾਰੀ ਥਿੰਕ ਟੈਂਕ ਜਿਹੜੀ ਆਈ ਹੋਈ ਹੈ। ਮਾਣ ਹੈ ਉਹਨਾਂ 'ਤੇ ਸਾਰਿਆਂ 'ਤੇ। ਅੱਛਾ, ਤੇ ਹੋਰ ਗੱਲ, ਲਾਹੌਰ ਵਾਲੇ ਨਾ ਜੋ ਸਰਦਾਰ ਵੇਖਦੇ ਨਾ ਪੱਗ ਵੇਖ ਕੇ ਚਾਅ ਬੜਾ ਚੜ੍ਹਦਾ। ਬਿਲਕੁਲ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਇੱਥੇ ਦੇ ਆਮ ਲੋਕਾਂ ਨੂੰ ਵੀ ਜਿਹੜੇ ਹੈ, ਕਿਉਂਕਿ ਇੱਥੇ ਸਰਦਾਰ ਜਿਹੜੇ ਹੈ ਨੇ ਉਹ ਇਸ ਤਰ੍ਹਾਂ ਦਾ ਸਾਡੇ ਵੱਡ ਵਡੇਰੇ ਕੰਮ ਕਰਕੇ ਗਏ ਨੇ,
ਇਸ ਇੱਥੇ ਦੇ ਲੋਕਾਂ ਦੀ ਮਦਦ ਕਰਕੇ ਗਏ ਨੇ, ਸੇਵਾ ਕਰਕੇ ਗਏ ਨੇ। ਇਸ ਕਰਕੇ ਇਹਨਾਂ ਨੂੰ ਚਾਹੇ ਕਿ ਸਰਦਾਰ ਹਮੇਸ਼ਾ ਜਿਹੜਾ ਹੈ ਉਹ ਚੰਗੇ ਕੰਮ ਵੱਲ ਪ੍ਰੇਰਨਾ ਦਿੰਦਾ ਹੈ। ਜਿੱਥੇ ਸਾਨੂੰ ਤਾਂ ਬਹੁਤ ਪਿਆਰ ਕਰਦੇ ਹੈਗੇ ਨੇ, ਪਰ ਕੁਝ ਸਾਨੂੰ ਉੱਥੇ ਘਟਨਾਵਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਹੈਗੀਆਂ। ਤੁਹਾਨੂੰ ਵੀ ਉਨੀ ਇੱਥੇ ਆਦਰ ਮਾਣ ਮਿਲਦਾ ਹੈਗਾ ਜੀ? ਦੇਖੋ ਜੀ, ਪੰਜਾਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਨੇ। ਇੱਥੇ ਵੀ ਐਸੇ ਲੋਕਾਈ ਦੇ ਵਿੱਚ ਸਮਾਜ ਦੇ ਵਿੱਚ ਐਸੇ ਗੰਦੇ ਆਂਡੇ ਹਰ ਸਮਾਜ 'ਚ ਹੁੰਦੇ ਨੇ, ਉੱਥੇ ਵੀ ਹੁੰਦੇ ਨੇ, ਇੱਥੇ ਵੀ ਹੈ ਨੇ। ਕੋਈ ਇੱਕ ਅੱਧਾ ਬੰਦਾ ਜਿਹੜਾ ਇਹ ਪੂਰੇ ਤਲਾਬ ਨੂੰ ਗੰਦਾ ਕਰ ਦਿੰਦਾ ਹੈ। ਸੋ ਇੱਥੇ ਵੀ ਇਹ ਸਿਚੁਏਸ਼ਨ ਇਸੇ ਤਰ੍ਹਾਂ ਦੀ ਹੈ ਕਿ ਸਾਡੇ ਜਿਹੜੇ ਪਾਕਿਸਤਾਨ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਕੱਟੜਪੰਥੀ ਨੇ, ਉਹਨਾਂ ਤੋਂ ਆਮ ਲੋਕਾਈ ਵੀ ਤੰਗ ਹੈ ਅਤੇ ਅਸੀਂ ਵੀ ਤੰਗ ਹਾਂ। ਅੱਛਾ, ਇਹ ਜਿਹੜੇ ਕਿਉਂਕਿ ਜਦੋਂ ਤੁਸੀਂ PhD ਕੀਤੀ ਸੀ, ਕਿਸ ਵਿਸ਼ੇ 'ਤੇ ਕੀਤੀ ਔਰ ਬੜੀਆਂ ਸੁਰਖੀਆਂ ਬੜੀਆਂ ਸੀ ਕਿ ਪਾਕਿਸਤਾਨ ਦੇ ਵਿੱਚ ਪਹਿਲੇ ਸਿੱਖ ਨੇ ਕਲਿਆਣ ਸਿੰਘ ਹੋਣੀ ਜਿਨ੍ਹਾਂ PhD ਕੀਤੀ? ਜੀ ਬਿਲਕੁਲ, ਮੇਰਾ ਜਨਮ ਨਨਕਾਣਾ ਸਾਹਿਬ ਦਾ ਹੈ ਔਰ ਮੈਂ ਆਪਣੀ ਅਰਲੀ ਐਜੂਕੇਸ਼ਨ ਸਾਰੀ ਨਨਕਾਣਾ ਸਾਹਿਬ ਤੋਂ ਲਈ ਹੋਈ ਹੈ। ਸੋ ਮੇਰੇ 'ਤੇ ਇੱਕ ਕਰਜ਼ ਸੀ ਨਨਕਾਣਾ ਸਾਹਿਬ ਦਾ ਕਿ ਮੈਂ ਉਸ ਹਸਤੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਬਾਨੀ ਹਨ, ਸੋ ਉਹਨਾਂ ਦੇ ਉੱਤੇ ਕੋਈ ਇੱਥੇ ਕੰਮ ਹੋ ਸਕੇ। 47 ਤੋਂ ਬਾਅਦ, ਵੰਡ ਤੋਂ ਬਾਅਦ ਅਸੀਂ ਸਾਰਾ ਕੁਝ ਹੀ ਵੰਡ ਲਿਆ। ਭਾਸ਼ਾ ਵੀ ਵੰਡ ਲਈ, ਦੇਖੋ ਉੱਥੇ ਗੁਰਮੁਖੀ ਹੋ ਗਈ, ਇੱਥੇ ਸ਼ਾਹਮੁਖੀ ਹੋ ਗਈ। ਅਸੀਂ ਜੋਗਰਾਫੀ ਤੌਰ 'ਤੇ ਵੀ ਵੰਡੇ ਗਏ ਹਾਂ, ਅਸੀਂ ਲਸਾਨੀ ਤੌਰ 'ਤੇ ਵੀ ਵੰਡੇ ਗਏ, ਧਾਰਮਿਕ ਤੌਰ 'ਤੇ ਵੀ ਵੰਡੇ ਗਏ ਹਾਂ। ਹੁਣ ਇਹ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੇ ਗੈਰ ਮੁਸਲਿਮ ਸਨ, ਜਿੰਨੇ ਵੀ ਬਾਬੇ ਸਨ ਜਾਂ ਜਿੰਨੇ ਵੀ ਸਾਡੇ ਜਿਹੜੇ ਸਨ ਸਾਡੇ ਪੀਰ ਪੈਗੰਬਰ ਸਨ, ਉਹ ਵੀ ਵੱਖ-ਵੱਖ ਹੋ ਗਏ। ਇੱਥੇ ਸਿਰਫ ਹੁਣ ਬਾਬਾ ਫਰੀਦ ਜੀ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼, ਖਵਾਜਾ ਗੁਲਾਮ ਫਰੀਦ ਇਹੋ ਹੀ ਪੜ੍ਹਾਏ ਜਾ ਰਹੇ ਨੇ। ਜਦ ਕਿ ਜਿਹੜੇ ਭਗਤ ਕਬੀਰ ਜੀ, ਸਾਡੇ ਸਿੱਖ ਗੁਰੂ ਸਾਹਿਬਾਨ, ਫਿਰ ਜਿਹੜੀ ਹੁਣ ਦੀ ਪੀੜ੍ਹੀ ਸੀ ਜੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਉਹਨਾਂ ਨੂੰ ਵੀ ਨਹੀਂ ਪੜ੍ਹਾਇਆ ਜਾ ਰਿਹਾ ਹੈ। ਸੋ ਇਹ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਇੱਥੇ ਸੂਫੀਜ਼ਮ ਨਹੀਂ ਰਿਹਾ, ਉੱਥੇ ਗੁਰਮਤ ਨਹੀਂ ਰਿਹਾ। ਹਾਂ ਬਿਲਕੁਲ, ਇਹੋ ਹੀ ਪ੍ਰੋਬਲਮ ਆ ਰਹੀ ਹੈ। ਸੋ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤਰੀਕੇ ਨਾਲ ਦੁਬਾਰਾ ਰਿਵਾਈਵਲ ਹੋਵੇ ਇਸ ਚੀਜ਼ ਦਾ। ਸੋ ਇਹ ਮੇਰੀ PhD ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਉੱਤੇ ਹੈ, ਸੋ ਇਹ ਦੁਬਾਰਾ ਰਿਵਾਈਵਲ ਹੈ। ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ, ਹੁਣ ਆਉਣ ਵਾਲੇ ਦੌਰ ਦੇ ਵਿੱਚ ਮੈਂ ਬਹੁਤ ਜ਼ਿਆਦਾ ਆਸ ਰੱਖਦਾ ਹਾਂ ਕਿ ਜਪਜੀ ਸਾਹਿਬ 'ਤੇ ਸ਼ਾਮਲ ਹੋ ਹੀ ਗਈ ਹੈ। ਹੋਰ ਵੀ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ, ਜਿਹੜੇ ਕਾਲਜ ਪੱਧਰ ਦੇ ਉੱਤੇ ਜਾਂ ਯੂਨੀਵਰਸਿਟੀ ਪੱਧਰ ਦੇ ਉੱਤੇ ਸਾਡੇ ਸਿਲੇਬਸ ਵਿੱਚ ਸ਼ਾਮਲ ਹੋਏਗੀ। ਇਸ ਟਾਈਮ ਕਿਹੜੀ ਯੂਨੀਵਰਸਿਟੀ ਤੁਸੀਂ ਔਰ ਕੀ ਐਜ ਹੈਡ ਆਫ ਦੀ ਡਿਪਾਰਟਮੈਂਟ ਕੰਮ ਕਰੇ? ਨਹੀਂ ਜੀ, ਮੈਂ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਿਹਾ। ਗੌਰਮੈਂਟ ਕਾਲਜ ਯੂਨੀਵਰਸਿਟੀ ਹੈ ਸਾਡੀ, ਬਹੁਤ ਪੁਰਾਤਨ ਯੂਨੀਵਰਸਿਟੀ ਹੈ। 1864 ਦੇ ਵਿੱਚ ਪਹਿਲਾ ਕਾਲਜ ਜਿਹੜਾ ਦੋਵੇਂ ਪੰਜਾਬਾਂ 'ਚ ਬਣਿਆ ਸੀ, ਉਹ ਪਹਿਲਾ ਕਾਲਜ ਗੌਰਮੈਂਟ ਕਾਲਜ ਬਣਿਆ ਸੀ। ਇਹ ਇੱਥੇ ਖੁਸ਼ਵੰਤ ਸਿੰਘ, ਸਰਦਾਰ ਕਪੂਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਹੋਰ ਬਹੁਤ ਜ਼ਿਆਦਾ ਜਿਹੜੇ ਸਿੰਘ ਸੀ ਇੱਥੋਂ ਪੜ੍ਹ ਕੇ ਗਏ ਸੀ। ਇਹ ਬਹੁਤ ਮਹਾਨ ਕਾਲਜ ਹੈ। ਇੱਥੇ ਦੇ ਵੀ ਸਾਰੀ ਜਿਹੜੀ ਕਰੀਮ ਹੈ ਉਹ ਗੌਰਮੈਂਟ ਕਾਲਜ ਯੂਨੀਵਰਸਿਟੀ ਤੋਂ ਪੜ੍ਹਦੀ ਹੈ, ਕਿਉਂਕਿ ਇਹੋ ਹੀ ਸਾਰਿਆਂ ਤੋਂ ਪੁਰਾਤਨ ਕਾਲਜ ਹੈ। ਪਰ ਮੇਰੀ ਐਜੂਕੇਸ਼ਨ ਜਿਹੜੀ ਸੀ ਉਹ ਗੌਰਮੈਂਟ ਕਾਲਜ 'ਚ ਨਹੀਂ, ਬਲਕਿ ਮੇਰੀ ਪੰਜਾਬ ਯੂਨੀਵਰਸਿਟੀ ਵਿੱਚ ਹੋਈ, ਕਿਉਂਕਿ ਉੱਥੇ PhD, MPhil, PhD ਦੀ ਕਲਾਸਾਂ ਸੀ। ਇਸ ਕਰਕੇ ਮੈਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਜਿਹੜੀ PhD ਦੀ ਐਜੂਕੇਸ਼ਨ ਲਈ ਹੈ। ਕਿੰਨੇ ਕੀ ਬੱਚੇ ਨੇ ਜਿਹੜੇ ਪੰਜਾਬੀ ਪੜ੍ਹ ਰਹੇ ਹੈਗੇ ਜੀ? ਆਸਤਾ ਹੁਣ ਬੜੇ ਵੱਧ ਰਹੇ ਨੇ। ਪਿੱਛੇ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਤਾਦਾਦ ਬਹੁਤ ਘੱਟ ਸੀ, 4-4, 5-5 ਬੱਚੇ ਹੁੰਦੇ ਸੀ ਜਾਂ 10 ਬੱਚੇ ਹੁੰਦੇ ਸੀ। ਹੁਣ MA ਲੈਵਲ ਦੇ ਉੱਤੇ ਸਾਡੇ ਯੂਨੀਵਰਸਿਟੀ ਗੌਰਮੈਂਟ ਕਾਲਜ ਦੇ ਵਿੱਚ 80 ਬੱਚੇ ਪੜ੍ਹਦੇ ਨੇ। ਲਾਹੌਰ ਕਾਲਜ ਫॉर ਵੂਮਨ ਯੂਨੀਵਰਸਿਟੀ ਜਿਹੜੀ ਸਿਰਫ ਵੂਮਨ ਵਾਸਤੇ ਹੈ, ਉੱਥੇ ਵੀ ਕੋਈ 60 ਦੇ ਕਰੀਬ ਪੜ੍ਹ ਰਹੇ ਨੇ। ਪੰਜਾਬ ਯੂਨੀਵਰਸਿਟੀ ਦੇ ਵਿੱਚ 40 ਦੇ ਕਰੀਬ ਪੜ੍ਹ ਰਹੇ ਨੇ। ਹੁਣ ਬੱਚੇ ਦੁਬਾਰਾ ਆਪਣੇ ਮਾਂ ਬੋਲੀ ਵੱਲ ਵਾਪਸ ਆ ਰਹੇ ਨੇ। ਜਿੱਥੇ ਸਾਡੇ ਤੋਂ ਉੱਧਰ ਕਹਿ ਦਿੰਦੇ ਨੇ ਕਿ ਪੰਜਾਬੀ ਰੁਜ਼ਗਾਰ ਦਾ ਸਾਧਨ, ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇੱਦਾਂ ਰੁਜ਼ਗਾਰ ਕਹਿੰਦੇ ਕਿ ਰੁਜ਼ਗਾਰ ਵਾਲੀ ਭਾਸ਼ਾ ਨੇ, ਇੱਥੇ ਵੀ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੇ ਤੌਰ 'ਤੇ ਦੇਖਦੇ ਨੇ। ਦੇਖੋ ਜੀ, ਕਦੀ ਵੀ ਜਿਹੜਾ ਹੈ ਪੰਜਾਬ ਸਰਕਾਰਾਂ ਨਾਲ ਨਹੀਂ ਜੁੜੀ ਹੈ। ਹੱਤਾ ਕਿ ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਗੱਲ ਕਰਦੇ ਹਾਂ, ਉਸ ਵੇਲੇ ਵੀ ਸਾਡੀ ਸਰਕਾਰੀ ਜ਼ਬਾਨ ਜਿਹੜੀ ਸੀ ਉਹ ਪਰਸ਼ੀਅਨ ਸੀ। ਸੋ ਕਦੀ ਵੀ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ, ਉਹਨੂੰ ਉਹਦਾ ਅਧਿਕਾਰ ਨਹੀਂ ਮਿਲਿਆ ਹੋਇਆ। ਸੋ ਹੁਣ ਵੀ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਹੈ
ਕਿ ਇਸ ਨੂੰ ਕੋਈ ਵੱਡਾ ਅਧਿਕਾਰ ਮਿਲੇਗਾ, ਚਾਹੇ ਉਹ ਹਿੰਦੁਸਤਾਨੀ ਪੰਜਾਬ ਹੋਏ ਚਾਹੇ ਪਾਕਿਸਤਾਨੀ ਪੰਜਾਬ ਹੋਏ, ਕੋਈ ਵੱਡਾ ਅਧਿਕਾਰ ਨਹੀਂ ਆ। ਸਾਡਾ ਸਿਰਫ ਇੰਨੀ ਮੰਗ ਹੈ ਕਿ ਸਿਰਫ ਪੜ੍ਹਾਉਣਾ ਸ਼ੁਰੂ ਕਰ ਦਿਓ ਬੱਚਿਆਂ ਨੂੰ। ਉਹਨਾਂ ਦੀ ਅਰਲੀ ਐਜੂਕੇਸ਼ਨ ਵਿੱਚ ਜਿਸ ਵੇਲੇ ਤੁਸੀਂ ਅਰਲੀ ਐਜੂਕੇਸ਼ਨ 'ਚ ਪੰਜਾਬੀ ਨੂੰ ਸ਼ਾਮਲ ਕਰੋਗੇ ਤਦ ਹੀ ਉਹ ਮਾਨਸਿਕ ਤੌਰ 'ਤੇ ਉਹਨਾਂ ਦੇ ਮਾਈਂਡ ਜਿਹੜਾ ਹੈ ਉਹ ਕਲੀਅਰ ਹੋਵੇਗਾ। ਘਰਾਂ 'ਚ ਕਿਵੇਂ ਮਾਹੌਲ ਪੰਜਾਬੀ ਭਾਸ਼ਾ ਨੂੰ ਲੈ ਕੇ? ਦੇਖੋ ਬਿਲਕੁਲ ਨਹੀਂ ਹੈ। ਸਾਡੇ ਹਾਂ ਇੱਥੇ ਉਰਦੂ ਭਾਸ਼ਾ ਇਸ ਕਰਕੇ ਪੜ੍ਹਾਈ ਜਾਂਦੀ ਹੈ ਕਿ ਸਾਡੀਆਂ ਮਾਵਾਂ ਇੱਥੇ ਕਨਫਿਊਜ਼ ਨੇ। ਉਹ ਚਾਹੁੰਦੀਆਂ ਨੇ ਕਿ ਜਿਹੜੀਆਂ ਸਾਡੇ ਕੋਲ ਉਰਦੂ ਅੰਗਰੇਜ਼ੀ ਹੈ ਉਹੀ ਸਿਰਫ ਆਪਣੇ ਬੱਚੇ ਨਾਲ ਉਸ ਜ਼ਬਾਨ ਵਿੱਚ ਗੱਲ ਕੀਤੀ ਜਾਵੇ, ਪੰਜਾਬੀ 'ਚ ਉਹ ਗੱਲ ਕਰਨਾ ਪਸੰਦ ਨਹੀਂ ਕਰਦੇ। ਹਜੇ ਤੱਕ ਸਾਡੀ ਸਾਰੀ ਜਿਹੜੀ ਹੈ ਪੰਜਾਬੀ ਇੱਥੋਂ ਦੀ ਪੰਜਾਬ ਜਿਹੜੀ ਹੈ, ਮੈਂ ਖ਼ਾਸ ਤੌਰ 'ਤੇ ਪਾਕਿਸਤਾਨੀ ਪੰਜਾਬ ਦੀ ਗੱਲ ਕਰਾਂਗਾ, ਉਹ ਕਨਫਿਊਜ਼ ਹੈ ਪੰਜਾਬੀ ਬਾਰੇ। ਇਹ ਸਾਡੇ ਵੀ ਉੱਧਰ ਹੀ ਇਹੀ ਆ। ਅਜੇ ਮਤਲਬ ਦੋਵੇਂ ਦਾ ਇੱਕੋ ਕਹਾ ਹੈ ਹਾਲ ਹੈ। ਬਿਲਕੁਲ ਇਹ ਗੱਲ ਦਿਖਾਂਤ ਕਹ ਲਓ ਜਾਂ ਇਹ ਕਹਿ ਲਓ ਕਿ ਹਿੰਦੀ ਬੋਲਣੀ, ਉਰਦੂ ਬੋਲਣੀ, ਇੰਗਲਿਸ਼ ਬੋਲਣੀ ਫੈਸ਼ਨ ਬਣ ਗਿਆ। ਬਿਲਕੁਲ ਇਹ ਤੇ ਅਗਰ 1833 ਦਾ ਜਿਸ ਵੇਲੇ ਚਰਚਲ ਦੀ ਸਰਕਾਰ ਸੀ, ਉਹਨਾਂ ਨੇ ਕਿਹਾ ਸੀ ਕਿ ਇੰਨੀ ਕਨਫਿਊਜ਼ ਕਰ ਦਿਓ ਪੰਜਾਬੀਆਂ ਨੂੰ ਕਿ ਉਹ ਆਪਣਾ ਸੱਭਿਆਚਾਰਕ ਤੇ ਆਪਣੀ ਬੋਲੀ ਭੁੱਲ ਜਾਣ। ਸੋ ਉਹੀ ਕਨਫਿਊਜ਼ ਹੈ। ਪਿਛਲੇ 200 ਸਾਲਾਂ ਤੋਂ ਅਸੀਂ ਕਨਫਿਊਜ਼ ਹੋ ਚੁੱਕੇ ਹਾਂ। ਅਸੀਂ ਆਪਣਾ ਸੱਭਿਆਚਾਰਕ, ਆਪਣਾ ਕਲਚਰ, ਆਪਣੀ ਬੋਲੀ ਸਭ ਕੁਝ ਭੁੱਲ ਚੁੱਕੇ ਹਾਂ। ਅਗਰ ਜੇ ਸਾਡੀ ਦੁਬਾਰਾ ਰਿਵਾਈਵਲ ਨਾ ਹੋਇਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ, ਮੈਨੂੰ ਖਤਰਾ ਇਹ ਲੱਗ ਰਿਹਾ ਹੈ ਕਿ ਸ਼ਾਇਦ ਉਹ ਵਿਦੇਸ਼ੀਆਂ ਬੋਲੀਆਂ ਬੋਲ ਕੇ ਆਪਣਾ ਸਾਰਾ ਕੁਝ ਜ਼ਾਇਆ ਨਾ ਕਰ ਲੈਣ। ਅੱਛਾ, ਵੰਡ ਨੇ ਬਹੁਤ ਸਾਰੇ ਜ਼ਖਮ ਦਿੱਤੇ ਹੈਗੇ, ਕੋਈ ਵੀ ਛੂਤਾ ਨਹੀਂ ਹੈਗਾ। ਆਪਣਾ ਕੋਈ ਉੱਧਰ ਚੜ੍ਹਦੇ ਪੰਜਾਬ 'ਚ ਰਹਿੰਦਾ ਪਰਿਵਾਰ ਚਲ ਗਿਆ ਸੀ ਜੀ? ਬਿਲਕੁਲ ਜੀ, ਮੇਰੀ ਮਾਤਾ ਜੀ ਅਜੇ ਵੀ ਆਪਣੇ ਪਰਿਵਾਰ ਨੂੰ, ਆਪਣੇ ਪੇਕਿਆਂ ਨੂੰ ਯਾਦ ਕਰਦੀ ਹੈ, ਆਪਣੇ ਮਾਸੀਆਂ ਨੂੰ ਯਾਦ ਕਰਦੀ ਹੈ। ਇਹ ਇੱਕ ਐਸੀ ਦੁੱਖ ਦੀ ਰਗ ਹੈ ਜਿਸ 'ਤੇ ਹਰ ਬੰਦੇ ਦੇ ਅਥਰੂ, ਚਾਹੇ ਉਹ ਹੁਣ ਦੀ ਪੀੜ੍ਹੀ ਦਾ ਹੋਵੇ ਚਾਹੇ ਪੁਰਾਤਨ ਪੀੜ੍ਹੀ ਦਾ ਹੋਵੇ, ਹਰ ਬੰਦੇ ਦੇ ਅੱਖਾਂ 'ਚ ਅਥਰੂ ਆ ਜਾਂਦੇ ਆ। ਹਰ ਬੰਦੇ ਦੀ ਆਵਾਜ਼ ਢਿੱਲੀ ਪੈ ਜਾਂਦੀ ਹੈ 47 ਦੀ। ਅਸੀਂ ਵੇਖ ਨਹੀਂ ਸਕੇ, ਪਰ ਜੋ ਗੱਲਾਂ ਅਸੀਂ ਸੁਣੀਆਂ ਨੇ। ਮੇਰਾ ਤਲਕ ਮੈਂ ਤੁਹਾਨੂੰ ਦੱਸ ਚੁੱਕਿਆ ਨਨਕਾਣਾ ਸਾਹਿਬ ਤੋਂ ਹੈ। ਨਨਕਾਣਾ ਸਾਹਿਬ ਦੇ ਵਿੱਚ ਮੇਰੇ ਪਿਤਾ ਜੀ ਹੈਡ ਗ੍ਰੰਥੀ ਸਨ। ਮਾਤਾ ਜੀ ਮੇਰੇ ਪਿਛਲੇ 70 ਸਾਲਾਂ ਤੋਂ ਕੜਾਹ ਪ੍ਰਸ਼ਾਦੀ ਦੇਗ ਬਣਾਉਂਦੇ ਨੇ, ਹੁਣ ਵੀ ਬਣਾਉਂਦੇ ਨੇ। ਮੇਰੇ ਮਾਤਾ ਜੀ ਹੈ ਨੇ। ਸੋ ਉਹਨਾਂ ਦੇ ਅਥਰੂ ਵੇਖ ਕੇ ਉਹਨਾਂ ਦੇ ਬੱਚੇ ਅਸੀਂ ਕਿਵੇਂ ਰਹਿ ਸਕਦੇ ਹਾਂ ਉਸ ਤੋਂ ਬਿਨਾਂ। ਪੰਜਾਬ ਚੜ੍ਹਦੇ ਪੰਜਾਬ ਕਿਹੜੇ ਉੱਥੇ ਜ਼ਿਲ੍ਹੇ 'ਚ? ਲੁਧਿਆਣੇ ਬੁੱਢੇ ਦਰਿਆ ਦੇ ਕੋਲ ਹਜੇ ਰਹਿੰਦੇ ਨੇ ਸਾਡੇ ਕੁਝ ਪਰਿਵਾਰਕ ਮੈਂਬਰ ਰਹਿੰਦੇ ਨੇ, ਪਰ ਉਹ ਡਰਦੇ ਮਾਰੇ ਰਾਬਤਾ ਨਹੀਂ ਕਰਨਾ ਚਾਹੁੰਦੇ ਹੈ। ਉਹਨਾਂ ਨੂੰ ਇਹ ਡਰ ਹੈ ਕਿ ਸ਼ਾਇਦ ਹਿੰਦੁਸਤਾਨੀ ਸਰਕਾਰ ਸਾਨੂੰ ਐਵੇਂ ਤੰਗ ਕਰਨਾ ਨਾ ਸ਼ੁਰੂ ਕਰ ਦੇਵੇ, ਇਸ ਕਰਕੇ ਉਹ ਰਾਬਤਾ ਨਹੀਂ ਕਰ ਰਹੇ ਨੇ। ਕਦੀ ਤੁਹਾਡਾ ਲੱਗਾ ਹੀ ਗੇੜਾ ਲੱਗਾ ਚੜ੍ਹਦੇ ਪੰਜਾਬ 'ਚ ਗਏ ਕਦੇ? ਹਾਂਜੀ ਮੈਂ ਤੇ ਮੇਰੇ ਮਾਤਾ ਜੀ ਬੜੀ ਵਾਰੀ ਗਏ, ਪਰ ਉਹ ਨਹੀਂ ਆ ਸਕੇ ਸੀ। ਉਹ ਆਪਣੇ, ਕਿਉਂਕਿ ਉਹ ਚਾਹੁੰਦੇ ਸੀ ਕਿ ਯਾਰ ਸਾਡਾ ਤਲਕ ਨਾ ਹੋਵੇ ਪਾਕਿਸਤਾਨ ਨਾਲ, ਐਵੇਂ ਅਸੀਂ ਕਿਸੇ ਮੁਸ਼ਕਿਲ 'ਚ ਫਸ ਜਾਵਾਂਗੇ। ਇੱਧਰ ਕਿੰਨੇ ਕਿ ਆਪਣੇ ਜੀ ਰਹਿੰਦੇ ਹੈਗੇ? ਇੱਥੇ ਸਾਡੇ ਕੋਲ ਟੋਟਲ ਤਕਰੀਬਨ ਹੈ 8 ਤੋਂ 10 ਹਜ਼ਾਰ ਸਿੱਖ ਆਬਾਦੀ ਹੈ ਜਿਹੜੀ ਆਪਸ 'ਚ। ਲਾਹੌਰ 'ਚ? ਲਾਹੌਰ ਦੇ ਵਿੱਚ ਇਸ ਵੇਲੇ 50 ਕੁ ਘਰ ਹੈ ਨੇ, ਲੇਕਿਨ ਵੱਖ-ਵੱਖ ਥਾਵਾਂ 'ਤੇ ਰਹਿ ਰਹੇ ਨੇ, ਇਕੱਠੇ ਨਹੀਂ ਰਹਿ ਰਹੇ ਨੇ। ਕਿਤੇ 5 ਘਰ, ਕਿਤੇ 7 ਘਰ ਇਸ ਤਰ੍ਹਾਂ ਰਹਿ ਰਹੇ ਨੇ। ਤੇ ਕੀ ਕੰਮ ਕੀ ਹੈ, ਮੇਨ ਕੀ ਕਰਦੇ ਹੈਗੇ? ਮੇਨ ਜਿਹੜਾ ਹੈ ਕੱਪੜੇ ਦਾ ਬਿਜ਼ਨਸ ਵੀ ਬਹੁਤ ਅੱਛਾ ਹੈ ਸਾਡੇ ਇੱਥੇ ਦੇ ਲੋਕਾਂ ਦੇ ਵਿੱਚ, ਔਰ ਉਸ ਦੇ ਨਾਲ ਜਿਹੜਾ ਮਨਿਆਰੀ ਦਾ ਕੰਮ ਹੈ ਉਹ ਵੀ ਕਰਦੇ ਨੇ। ਸਰਕਾਰੀ ਜੋਬ 'ਚ ਕਿੰਨਾ ਕੀ ਹੈ? ਨਹੀਂ, ਸਰਕਾਰੀ ਜੋਬ ਦੇਖੋ ਕਿ ਜਿਸ ਵੇਲੇ 80 ਦੀ ਦਹਾਈ ਦੇ ਵਿੱਚ ਜਿਹੜਾ ਹੈ ਸੀ ਰਸ਼ੀਅਨ ਵਾਰ ਦੇ ਵਿੱਚ, ਉਸ ਤੋਂ ਬਾਅਦ ਕੱਟੜਪੰਥੀ ਬਹੁਤ ਵੱਧ ਗਏ ਸੀ ਔਰ ਘੱਟ ਗਿਣਤੀਆਂ ਨੂੰ ਮੌਕਾ ਨਹੀਂ ਮਿਲ ਸਕਿਆ ਸੀ। ਇਹ ਇੱਕ ਤੇ ਸੋ ਇਹ ਹੈ ਕਿ ਘੱਟ ਗਿਣਤੀਆਂ ਨੂੰ ਐਜੂਕੇਸ਼ਨ ਸੈਕਟਰ ਦੇ ਉੱਤੇ ਵੀ ਕੱਟੜਪੰਥੀਆਂ ਦਾ ਸਾਹਮਣਾ ਹੈ। ਸੋ ਮੈਂ ਹੀ ਇਕੱਲਾ ਸੀ ਜਿਨਨੇ ਸਟਾਰਟ ਐਜੂਕੇਸ਼ਨ ਦਾ ਲਿਆ। ਹੁਣ ਬਹੁਤ ਸਾਰੇ ਬੱਚੇ ਆ ਰਹੇ ਨੇ, ਬਹੁਤ ਸਾਰੇ MBBS ਕਰਕੇ ਡਾਕਟਰ ਬਣ ਗਏ ਨੇ, ਹੁਣ ਸਰਕਾਰੀ ਜੋਬ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਲੇਕਿਨ ਜਿਹੜਾ ਗੈਪ ਹੈ 40-50 ਸਾਲਾਂ ਦਾ, ਉਹ ਬਹੁਤ ਵੱਡਾ ਗੈਪ ਸੀ। ਇਸ ਕਰਕੇ ਜਿਹੜਾ ਐਜੂਕੇਸ਼ਨ ਅਸੀਂ ਨਹੀਂ ਲੈ ਸਕੇ ਸੀ, ਉਸ ਦੀ ਵਜ੍ਹਾ ਤੋਂ ਹੁਣ ਦੀ ਉਹਦੇ ਵਿੱਚ ਸਾਡੀ ਕੋਈ ਖਾਸ ਨਹੀਂ ਹੈ। ਕੋਈ 10-12 ਬੰਦੇ ਹੀ ਆ ਜਿਹੜੇ ਅਸੀਂ ਸਰਕਾਰੀ ਜੋਬ ਕਰ ਰਹੇ ਹਾਂ। ਜਿਹੜੇ ਲੇਖਕ ਬੁੱਧੀਜੀਵੀ ਲੋਕ ਆਉਂਦੇ, ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਉਹਨੂੰ ਕਿਵੇਂ ਦੇਖਦੇ ਹੈਗੇ ਤੁਸੀਂ?
ਦੇਖੋ ਇਹ ਬਹੁਤ ਵਧੀਆ ਗੱਲ ਹੈ, ਇਹ ਅਮਨ ਤੇ ਸ਼ਾਂਤੀ ਦੀ ਗੱਲ ਹੈ। ਜਦੋਂ ਉੱਥੋਂ ਦੇ ਲੋਕ ਜਿਹੜੇ ਆਣਗੇ ਇੱਥੇ, ਖਾਸ ਤੌਰ ਤੇ ਜਿਹੜੇ ਲੇਖਕ ਨੇ ਆਣਗੇ, ਆਪਣੀ ਲੇਖਾਂ ਦੀ ਸਾਂਝ ਕਰਨਗੇ, ਆਪਣਾ ਕੁਝ ਦੱਸਣਗੇ ਇੱਥੇ ਦੇ ਲੋਕਾਂ ਨੂੰ, ਆਮ ਲੋਕਾਈ ਉਹਨਾਂ ਤੋਂ ਸਿੱਖੇਗੀ। ਅਸੀਂ ਪੰਜਾਬ ਦੀ ਹਜੇ ਵੀ ਪੰਜਾਬੀ ਦੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨੀ ਪੰਜਾਬ ਕਹਿੰਦੇ ਆ, ਅਸੀਂ ਉਹਨਾਂ ਨੂੰ ਕਾਪੀ ਕਰ ਰਹੇ ਹਾਂ। ਫਿਲਹਾਲ ਤਾਂ ਅਸੀਂ ਉਹਨਾਂ ਨੂੰ ਕਾਪੀ ਕਰ ਰਹੇ ਹਾਂ ਕਿ ਉਹ ਕਿਵੇਂ ਲਿਖਦੇ ਨੇ, ਕੀ ਕਰ ਰਹੇ ਨੇ, ਕਿਸ ਤਰ੍ਹਾਂ ਕਰ ਰਹੇ ਨੇ। ਅਸੀਂ ਵੀ ਉਹਨਾਂ ਦੀ ਕਾਪੀ ਕਰਕੇ ਇੱਥੇ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਦੀ ਉਹੀ ਪੰਜਾਬੀ ਜਿਹੜੀ ਉਹਨਾਂ ਦੇ ਸਿਲੇਬਸ ਦੇ ਵਿੱਚ ਹੈ, ਅਸੀਂ ਉਹਨਾਂ ਨੂੰ ਕਾਪੀ ਕਰ ਰਹੇ ਹਾਂ। ਲੇਕਿਨ ਆਉਣ ਵਾਲਾ ਵੇਲਾ ਹੈ, ਹੋ ਸਕਦਾ ਹੈ ਕਿ ਅਸੀਂ ਇਸ ਕਾਬਲ ਹੋ ਜਾਈਏ ਕਿ ਅਸੀਂ ਆਪਣਾ ਦੋਵੇਂ ਆਪਣੇ ਲਿਖਣ ਦੇ ਕਾਬਲ ਹੋਈਏ ਅਤੇ ਦੋਵਾਂ ਪਾਸੇ ਲਿਖੇ। ਜਿਵੇਂ ਹੁਣ ਬਾਬਾ ਨਜ਼ਮੀ ਜੀ ਹੋਰਾਂ ਨੂੰ ਉੱਥੇ ਬਹੁਤ ਜ਼ਿਆਦਾ ਸੁਣਿਆ ਜਾਂਦਾ, ਨੁਸਰਤ ਫਤਿਹ ਅਲੀ ਖਾਨ ਨੂੰ ਉਹਨਾਂ ਦੇ ਗਾਇਕੀ ਦੀ ਵਜ੍ਹਾ ਤੋਂ ਸੁਣਿਆ ਜਾ ਰਿਹਾ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਖਸੀਅਤ ਨੇ ਜਿਹੜੀਆਂ ਇੱਥੇ ਬਹੁਤ ਵਧੀਆ ਲਿਖ ਰਹੀਆਂ ਨੇ, ਔਰ ਇਹਦਾ ਹੰਗਾਰਾ ਮੈਂ ਸਾਰਾ ਕ੍ਰੈਡਿਟ ਜਿਹੜਾ ਹੈ ਚੜ੍ਹਦੇ ਪੰਜਾਬ ਦੇ ਲਿਖਾਰੀਆਂ ਨੂੰ ਦੇਵਾਂਗਾ ਕਿ ਉਹਨਾਂ ਦੇ ਆਉਣ ਤੋਂ ਬਾਅਦ ਇੱਥੇ ਦੇ ਲੋਕਾਂ ਦੇ ਫੀਲਿੰਗਸ ਜਿਹੜੀਆਂ ਨੇ, ਇੱਥੇ ਦੇ ਲੋਕ ਜਿਹੜੇ ਨੇ ਉਹ ਪੰਜਾਬੀ ਨਾਲ ਜੁੜਨੇ ਸ਼ੁਰੂ ਹੋ ਗਏ। ਸੋ ਇਹ ਇੱਕ ਵੱਡੀ ਗੱਲ ਹੈ ਸਾਡੇ ਵਾਸਤੇ। ਕੋਈ ਸੁਨੇਹਾ ਆਪਣੇ ਰਿਸ਼ਤੇਦਾਰਾਂ ਨੂੰ ਜੀ ਸਾਡੇ ਥਰੂ? ਬਿਲਕੁਲ ਜੀ, ਜੇ ਉਹ ਸੁਣ ਰਹੇ ਹੋਣ, ਮੇਰੀ ਮਾਸੀ ਦੀਆਂ ਧੀਆਂ ਨੇ, ਮੇਰੇ ਮਾਮੇ ਨੇ ਸਾਰੇ, ਮੈਂ ਇਹੋ ਹੀ ਕਹਾਂਗਾ ਕਿ ਉਹਨਾਂ ਦੀ ਭੈਣ ਉਹਨਾਂ ਨੂੰ ਜਿਹੜੀ ਹੈ ਉਹ ਯਾਦ ਕਰ ਰਹੀ ਹੈ। ਕੋਸ਼ਿਸ਼ ਕਰਨ ਕਿ ਹਰ ਵਾਰੀ ਅਸੀਂ ਮਿਲਣ ਦੀ ਤਾਂਘ ਲੈ ਕੇ ਉਹਨਾਂ ਕੋਲ ਜਾਂਦੇ ਹਾਂ, ਉਹ ਉੱਥੇ ਨਹੀਂ ਮਿਲਦੇ ਨੇ, ਅਤੇ ਕੋਸ਼ਿਸ਼ ਕਰਨ ਕਿ ਉਹ ਵੀ ਉਹਨਾਂ ਦੀ ਭੈਣ ਹੈ ਸਕੀ, ਉਹ ਆ ਕੇ ਮਿਲ ਲੈਣ ਤਾਂ ਜ਼ਿਆਦਾ ਬਿਹਤਰ ਹੈ। ਪਰ ਇੱਦਾਂ ਦਾ ਉੱਥੇ ਕੋਈ ਖੌਫ ਨਹੀਂ ਹੈਗਾ ਜੀ, ਕੋਈ ਡਰ ਨਹੀਂ ਹੈਗਾ? ਉਹਨਾਂ ਦੇ ਕੀ ਵਹਿਮ ਆ, ਕੋਈ ਡਰ? ਮੇਰਾ ਵੀ ਖਿਆਲ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਵਹਿਮ ਹੋਇਆ ਪਿਆ ਵਾ। ਹੋਰ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈ ਕਿ ਕੀ ਹੋ ਜਾਏਗਾ। ਤੁਸੀਂ ਦੱਸ ਵੀ ਦਿਓਗੇ ਕਿ ਤੁਹਾਡੇ ਰਿਸ਼ਤੇਦਾਰ ਨੇ, ਅਤੇ ਕੋਈ ਫਰਕ ਤਾਂ ਨਹੀਂ ਪੈਂਦਾ ਇਸ ਗੱਲ ਨਾਲ। ਲੇਕਿਨ ਉਹ ਠੀਕ ਹੈ, ਉਹ ਇੱਕ ਆਪਣੀ ਅੰਦਰ ਖਾਤੇ ਮਿਲਣਾ ਚਾਹੁੰਦੇ ਨੇ ਬਸ, ਹੋਰ ਓਪਨ ਹੋ ਕੇ ਨਹੀਂ ਮਿਲਣਾ ਚਾਹੁੰਦੇ। ਕਹਿੰਦੀ ਮਾਤਾ ਜੀ ਫੋਨ ਤੇ ਵੀ ਨਹੀਂ ਗੱਲ ਹੋਈ? ਨਹੀਂ, ਫੋਨ ਤੇ ਵੀ ਗੱਲ ਨਹੀਂ ਹੋ ਸਕੀ ਹੈ, ਹੁਣ ਤੱਕ ਗੱਲ ਨਹੀਂ ਹੋ ਸਕੀ ਹੈ। ਮਾਤਾ ਜੀ ਕੋਸ਼ਿਸ਼ ਅਸੀਂ ਬਹੁਤ ਕਰਦੇ ਹਾਂ, ਅਤੇ ਇਸ ਵਾਰੀ ਵੀ ਕੋਸ਼ਿਸ਼ ਕਰਾਂਗੇ ਕਿ ਮਾਤਾ ਜੀ ਸਾਡੇ ਨਾਲ ਜਾਵਣ ਅਤੇ ਉੱਥੇ ਆਪਣੇ ਪਰਿਵਾਰ ਨੂੰ ਮਿਲਣ। ਸੋ ਵਾਹਿਗੁਰੂ ਕਿਰਪਾ ਕਰੇ ਕਿ ਇਸ ਵਾਰੀ ਮਿਲ ਲੈਣ ਸਾਰੇ। ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਮਾਤਾ ਆਪਣੇ ਭੈਣ ਭਰਾਵਾਂ ਨੂੰ ਉੱਥੇ ਜਾ ਕੇ, ਇੰਡੀਆ ਜਾ ਕੇ ਮਿਲੇ। ਬਿਲਕੁਲ ਜੀ, ਬਿਲਕੁਲ ਜੀ, ਸਾਡੀ ਵੀ ਇਹ ਅਰਦਾਸ ਹੈ, ਕਿਉਂਕਿ ਜਿਹੜੀਆਂ ਉਹਨਾਂ ਦੇ ਜਜ਼ਬਾਤ ਨੇ ਉਹ ਬਾਜ਼ ਔਕਾਤ ਸਾਨੂੰ ਵੀ ਰਵਾ ਦਿੰਦੀਆਂ ਨੇ। ਬਹੁਤ ਬਹੁਤ ਮਿਹਰਬਾਨੀ। ਬਹੁਤ ਇਸ ਨੂੰ ਪ੍ਰੋਫੈਸਰ ਕਲਿਆਣ ਸਿੰਘ, ਜਿਹੜੇ ਪਾਕਿਸਤਾਨ 'ਚ ਪਹਿਲੇ ਸਿੱਖ ਨੇ ਜਿਨ੍ਹਾਂ ਨੇ PhD ਕੀਤੀ ਬਾਬੇ ਨਾਨਕ ਦੇ ਫਲਸਫੇ 'ਤੇ, ਅਤੇ ਇਹਨਾਂ ਦਾ ਉੱਥੇ ਲੁਧਿਆਣੇ ਲਾਗੇ ਬਹੁਤ ਸਾਰੇ ਰਿਸ਼ਤੇਦਾਰ ਰਹਿੰਦੇ ਨੇ, ਇਹਨਾਂ ਦੇ ਨਾਨਕੇ ਨੇ ਉੱਥੇ, ਮਾਸੀਆਂ ਨੇ। ਅਸੀਂ ਵੀ ਅਪੀਲ ਕਰਦੇ ਨੇ ਕਿ ਇੱਦਾਂ ਦੀ ਕੋਈ ਗੱਲ ਨਹੀਂ ਆ, ਤੁਹਾਡੀ ਆਪਣੀ ਭੈਣ ਮਾਸੀ ਸਾਰੀਆਂ ਇੱਥੇ ਰਹਿ ਰਹੀਆਂ ਨੇ, ਉਹ ਤਰਸ ਰਹੇ ਨੇ, ਅਤੇ ਐਡੀ ਕੋਈ ਗੱਲ ਨਹੀਂ ਹੈਗੀ। ਉਮੀਦ ਕਰਦੇ ਕਿ ਦੋਨੇ ਪਰਿਵਾਰ ਜਲਦੀ ਜਿਹੜੇ ਵਿਛੜੇ ਹੋਏ ਨੇ ਉਹ ਜ਼ਰੂਰ ਮਿਲਣਗੇ। ਲਾਹੌਰ ਤੋਂ ਜਗਤਾਰ ਸਿੰਘ ਭੁੱਲਰ, ABC ਪੰਜਾਬ।